मैं उपासना जी, गवर्नमेंट आईटीआई 5 फेस मोहाली। मेरा आज का टॉपिक है क्वालिटी कंट्रोल। मेरे नाल सहयोग दे रहे ने प्रिया भगत। क्वालिटी कंट्रोल का की महत्व है कि ਜਦੋਂ ਅਸੀਂ ਸਾਰਾ ਕੁਝ ਸਿੱਖ ਲੈਂਦੇ ਹਾਂ, ਇਸ ਕੈਪੇਬਲ ਬਣ ਜਾਂਦੇ ਹਾਂ ਕਿ ਅਸੀਂ ਫੈਕਟਰੀ ਲਾਂਚ ਕਰ ਸਕੀਏ ਜਾਂ ਬੁਟੀਕ ਲਾਂਚ ਕਰ ਸਕੀਏ ਜਾਂ ਆਪਣੇ ਘਰ ਦੇ ਵਿੱਚ ਹੀ ਅਕੋਰਡਿੰਗ ਟੂ ਫਾਈਨੈਂਸ਼ੀਅਲ ਕੰਡੀਸ਼ਨਸ ਅਸੀਂ ਉਸ ਨੂੰ ਰਨ ਕਰ ਸਕੀਏ। ਤਾਂ ਚਾਹੇ ਕੰਮ ਕਿਤੇ ਵੀ ਕਰਨਾ ਸ਼ੁਰੂ ਹੋਵੇ ਤੇ ਉਸ ਦੇ ਲਈ ਕੁਆਲਿਟੀ ਕੰਟਰੋਲ ਬਹੁਤ ਹੀ ਜ਼ਰੂਰੀ ਹੈ। ਕੁਆਲਿਟੀ ਆਵਾਜ਼ ਆ ਰਹੀ ਹੈ? हाँ जी मैम। ਤਾਂ ਅਸੀਂ यस मैम। ਤਾਂ ਅਸੀਂ ਉਦੋਂ ਕੁਆਲਿਟੀਜ਼ ਦੇ ਬਾਰੇ ਦੇਖਦੇ ਹਾਂ ਕਿ ਸਾਨੂੰ ਕੁਆਲਿਟੀਜ਼ ਕਿੱਥੇ-ਕਿੱਥੇ ਚੈੱਕ ਕਰਨੀਆਂ ਤੇ ਕਿਉਂ ਕਰਨੀਆਂ ਪੈਂਦੀਆਂ। ਤੇ ਇਸ ਲਈ ਕੁਆਲਿਟੀ ਕੰਟਰੋਲ ਦਾ ਕੀ ਮਹੱਤਵ ਹੈ? ਕਹਿੰਦੇ ਕੁਆਲਿਟੀ ਕੰਟਰੋਲ ਇੰਟਰੋਡਕਸ਼ਨ। ਕੁਆਲਿਟੀ ਕੰਟਰੋਲ ਦਾ ਅਰਥ ਹੈ ਕਿ ਹਰ ਵਿਅਕਤੀ ਦੇ ਲਈ ਵੱਖ-ਵੱਖ ਹੋ ਸਕਦਾ ਹੈ, ਜੋ ਕਿ ਵਸਤੂ ਦਾ ਉਪਯੋਗ ਕਰਨ ਵਾਲੇ ਵਿਅਕਤੀ ਦਾ ਕੰਮ ਅਤੇ ਟਿਕਾਊਪਨ ਦੇ ਪ੍ਰਤੀ ਵਿਅਕਤੀ ਦੀ ਇੱਛਾਵਾਂ ਹੁੰਦੀਆਂ ਹਨ। ਜੇਕਰ ਕੋਈ ਵਿਅਕਤੀ ਕਿਸੇ ਵਸਤੂ ਨੂੰ ਖਰੀਦਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਉਹ ਵਸਤੂ ਵਿਅਕਤੀ ਨੂੰ ਸੰਤੁਸ਼ਟ ਕਰਨ ਦੇ ਕਾਬਿਲ ਹੋਵੇ। ਉਸਨੂੰ ਵਿਅਕਤੀ ਦੇ ਗੁਣਤਾ ਦੇ ਤਿੰਨ ਮੁੱਖ ਤੱਤ ਹਨ। ਮੂਲ ਯਾਨੀ ਉਹਦੀ ਕੋਸਟ ਕਿੰਨੀ ਹੋਏਗੀ, ਤਕਨੀਕੀ ਕੰਮ ਕਰਨ ਦੀ ਸ਼ਕਤਾ, ਕੈਪੈਸਿਟੀ ਕਿੰਨੀ ਹੋਏਗੀ, ਉਹਦੇ ਟੈਕਨੀਕਲ ਵਰਕ ਦੀ ਤਾਂ ਸੁੰਦਰਤਾ। ਸਾਡੇ ਟ੍ਰੇਡ ਦੇ ਵਿੱਚ ਇਹਦਾ ਕੀ ਮਹੱਤਵ ਹੈ ਕਿ ਤੁਸੀਂ ਆਪਣੀ ਗੁਣਵੱਤਾ ਕਿੰਨੀ ਗੁਣਵੱਤਾ ਹੈ, ਤੁਹਾਡੀ ਕੁਆਲਿਟੀਜ਼ ਕਿਆ ਹੈ, ਔਰ ਪਲੱਸ ਤੁਹਾਡੇ ਬੁਟੀਕ ਦੇ ਵਿੱਚ ਜਾਂ ਤੁਹਾਡੇ ਘਰ ਕੰਮ ਕਰ ਰਹੀ ਹੋ ਜਾਂ ਫੈਕਟਰੀ ਲੈਵਲ ਦੇ, ਪਲੀਜ਼ ਮਿਊਟ ਕਰੋ, ਆਪਣੇ ਘਰ ਕੰਮ ਕਰ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਸਟ ਕੀ ਹੈ। ਕਿਉਂਕਿ ਹਰ ਇੱਕ ਕਸਟਮਰ ਚਾਹੁੰਦਾ ਹੈ ਕਿ ਉਹਨੂੰ ਘੱਟ ਕੋਸਟ ਦੇਣੀ ਪਵੇ ਔਰ ਵਧੀਆ ਚੀਜ਼ ਉਸਨੂੰ ਪ੍ਰੋਵਾਈਡ ਕੀਤੀ ਜਾਵੇ। ਕੁਆਲਿਟੀ ਕੰਟਰੋਲ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਲੈ ਕੇ ਆਉਂਦੇ ਹਾਂ। ਕਹਿੰਦੇ ਅਮਰੀਕਨ ਸੋਸਾਇਟੀ ਦੇ ਅਨੁਸਾਰ ਕੁਆਲਿਟੀ ਕੰਟਰੋਲ ਇੱਕ ਵਿਵਸਥਿਤ ਢੰਗ ਹੈ, ਕਿਉਂਕਿ ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਪੈਰਲਰ ਨਹੀਂ ਚਲਾਵਾਂਗੇ, ਉਹਨੂੰ ਵਧੀਆ ਤਰੀਕੇ ਨਾਲ ਰੱਖ ਰਖਾਵ ਨਹੀਂ ਰੱਖਾਂਗੇ ਤਾਂ ਸਾਡੀਆਂ ਚੀਜ਼ਾਂ गुड इवनिंग मैम। वेरी गुड इवनिंग बेटा। सत श्री अकाल मैम। गुड इवनिंग बेटा, गुड इवनिंग। सत श्री अकाल मैम। सत श्री अकाल किरण। हाँ मैम, ਅਸੀਂ ਕਦੋਂ ਤੋਂ ਟਰਾਈ ਕਰੀ ਜਾਂਦੇ ਸੀ, ਤੁਹਾਡੀ ਕਲਾਸ ਨਹੀਂ ਜੁਆਇਨਿੰਗ ਹੁੰਦੀ ਸੀ। ਸੌਰੀ, ਮੈਂ ਨਾ ਖੁਦ ਸਕਿਪ ਕਰ ਗਿਆ ਸੀ ਮੇਰੇ ਦਿਮਾਗ 'ਚ, ਸੌਰੀ। ਅਸੀਂ ਕਿਹਾ ਪਤਾ ਨਹੀਂ ਮੈਮ ਨੇ ਸਾਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ। ਐਵੇਂ ਕਿਵੇਂ ਹੋ ਸਕਦਾ? ਆਪਣੇ ਬੱਚਿਆਂ ਨੂੰ ਨਹੀਂ ਕੱਢੀਦਾ ਬਾਹਰ। ਅਸੀਂ ਪੂਨਮ ਮੈਂ ਕਦੋਂ ਦੇ ਟਰਾਈ ਕਰੀ ਜਾਂਦੇ ਸੀ। ਕੋਈ ਨਾ, ਹੁਣ ਆ ਗਏ ਨਾ, ਅੱਛੀ ਗੱਲ ਹੈ। ਇਹ ਨਾ ਲੈਸਨ ਬੱਚੇ ਤੁਹਾਡੀ ਟ੍ਰੇਡ ਨਾਲ ਵੀ ਰਿਲੇਟਡ ਹੈ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਕੁਆਲਿਟੀ ਤੇ ਆਪਾਂ ਕੰਮ ਕਰਨਾ ਹੈ ਕਿ ਆਪਣੇ ਅਸੀਂ ਬੁਟੀਕ ਖੋਲਿਆ, ਅਸੀਂ ਬੁਟੀਕ ਦੇ ਵਿੱਚ ਕਿਵੇਂ ਕੰਮ ਕਰ ਸਕਦੇ ਹਾਂ, ਫੈਕਟਰੀ ਲੈਵਲ ਤੇ ਕਿਵੇਂ ਕੰਮ ਕਰ ਸਕਦੇ ਹਾਂ, ਤੇ ਸਾਨੂੰ ਆਪਣੇ ਕੰਮ ਨੂੰ ਕਿਵੇਂ ਵਧੀਆ ਕਰਨਾ ਹੈ ਕਿ ਅਸੀਂ ਸਭ ਤੋਂ ਅਲੱਗ ਲੱਗੀਏ ਤੇ ਹਟ ਕੇ ਕੰਮ ਕਰੀਏ। ਠੀਕ ਹੈ, ਇਹ ਲੈਸਨ 2 ਪਾਰਟ ਦੇ ਵਿੱਚ ਹੈ। ਅੱਜ ਅੱਧਾ ਹੋਏਗਾ, ਅੱਧਾ ਕੱਲ ਹੋਏਗਾ, ਕਿਉਂਕਿ ਕਾਫੀ ਲੈਂਥੀ ਲੈਸਨ ਹੈ ਇਹ ਤੇ ਬਹੁਤ ਹੀ ਇੰਪੋਰਟੈਂਟ ਲੈਸਨ ਹੈ। ਅਗਰ ਤੁਹਾਨੂੰ ਥੋੜੀ ਦੇਰ ਲਈ ਬੋਰਿੰਗ ਜਿਹਾ ਲੱਗੇਗਾ, ਲੇਕਿਨ ਇਹ ਬੋਰਿੰਗ ਨਹੀਂ ਹੈ। ਜਿੰਨਾ ਇਹ ਬੋਰਿੰਗ ਹੈ ਓਨਾ ਹੀ ਇਹ ਕੰਮ ਦਾ ਹੈ। ਠੀਕ ਹੈ, ਇਹ 'ਚ ਇੱਕ ਪੁਆਇੰਟ ਤੁਹਾਡੇ ਕੰਮ ਦਾ ਹੈ। ਅਗਰ ਤੁਸੀਂ ਇਸ ਨੂੰ ਅਡਾਪਟ ਕਰੋਗੇ ਤਾਂ ਇੱਕ ਵਧੀਆ ਡਿਜ਼ਾਈਨਰ ਬਣ ਜਾਓਗੇ। ਠੀਕ ਹੈ, ਕਹਿੰਦੇ ਕਿਸੇ ਵਸਤੂਆਂ ਦੇ ਗੁਣਾਂ ਨੂੰ ਲੱਭਣਾ, ਕੀਮਤ ਨੂੰ ਘੱਟ ਰੱਖਣਾ, ਉਸ ਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਵਧਾਉਣ ਆਦਿ ਕੰਮ ਕੀਤੇ ਜਾਂਦੇ ਹਨ। ਅਸਲ ਵਿੱਚ ਕਿਸੇ ਵਸਤੂ ਦੀ ਕੁਆਲਿਟੀ ਉਸ ਦਾ ਉਪਯੋਗ ਕਰਨ ਵਾਲੇ ਗਾਹਕ ਦੀ ਸੰਤੁਸ਼ਟੀ ਤੇ ਨਿਰਭਰ ਕਰਦੀ ਹੈ। ਅੱਜ ਦੇ ਮਹਿੰਗਾਈ ਦੇ ਮੁਕਾਬਲੇ ਵਿੱਚ ਕੰਪੀਟੀਸ਼ਨ ਦਾ ਟਾਈਮ ਹੈ ਵਾਲੇ ਮਾਹੌਲ 'ਚ ਆਪਣੀ ਪਹਿਚਾਣ ਗੁਣ ਚੰਗੀ ਗੁਣਵੱਤਾ ਦੇ ਆਧਾਰ ਤੇ ਕਾਇਮ ਕੀਤੀ ਜਾਂਦੀ ਹੈ, ਜਿਸ ਦੇ ਲਈ ਗੁਣਤਾ ਨੂੰ ਦ੍ਰਿੜਤਾ ਦੇ ਨਾਲ ਅਪਣਾਉਣਾ ਚਾਹੀਦਾ ਹੈ। ਇਹ ਤੁਹਾਨੂੰ ਵੀ ਪਤਾ ਹੈ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਕਿੰਨਾ ਕੰਪੀਟੀਸ਼ਨ ਹੈ। ਜਦੋਂ ਕੰਪੀਟੀਸ਼ਨ ਹੁੰਦਾ ਹੈ, ਤੁਸੀਂ ਦੇਖਿਆ ਅੱਜ ਕੱਲ ਆਨਲਾਈਨ ਵੀ ਕਾਫੀ ਚੀਜ਼ਾਂ ਚੱਲਦੀਆਂ ਨੇ। ਲੋਕੀ ਆਨਲਾਈਨ ਕਿਉਂ ਪਸੰਦ ਕਰਦੇ ਨੇ? ਕਿਉਂਕਿ ਉੱਥੇ ਕੁਆਲਿਟੀ ਉੱਥੇ ਘੱਟ ਰੇਟ ਦਾ ਹੁੰਦਾ ਹੈ। ਜਦੋਂ ਘਰ ਆ ਕੇ ਉਹਨਾਂ ਨੂੰ ਚੀਜ਼ ਖੋਲ ਕੇ ਦੇਖਦੇ ਤਦ ਪਤਾ ਲੱਗਦਾ ਕਿ ਉਹਦੀ ਕੁਆਲਿਟੀ ਕਿਹੋ ਜਿਹੀ ਹੈ, ਲੇਕਿਨ ਉਹਦੀ ਪਿਕਚਰ ਦੇਖ ਕੇ ਉਹਨੂੰ ਪਸੰਦ ਕਰ ਲੈਂਦੇ ਆ, ਰੇਟ ਘੱਟ ਦੇਖਦੇ ਨੇ ਕਿ ਚੱਲ ਇੰਨੇ ਕੁ 'ਚ ਕੀ ਆਉਂਦਾ ਹੈ, ਅਸੀਂ ਆਹੀ ਲੈ ਲੈਂਦੇ ਹਾਂ। ਲੇਕਿਨ ਜਦੋਂ ਉਹ ਆ ਕੇ ਘਰ ਦੇਖਦੇ ਨੇ ਤੇ ਉਹਨਾਂ ਨੂੰ ਠੀਕ ਫੀਲ ਨਹੀਂ ਹੁੰਦਾ। ਤਦ ਹੀ ਲੋਕਲ ਮਾਰਕੀਟ ਦੇ ਵਿੱਚ ਲੋਕ ਜ਼ਿਆਦਾ ਜਾਣਾ ਪਸੰਦ ਕਰਦੇ ਨੇ ਕਿ ਸਾਡੀ ਪਹਿਚਾਣ ਦਾ ਹੈ, ਸਾਡੀ ਅੱਛੀ ਫਿਟਿੰਗ ਆਏਗੀ, ਸਾਡਾ ਕੰਮ ਵਧੀਆ ਹੋਏਗਾ, ਸਾਨੂੰ ਵਧੀਆ ਕੱਪੜਾ ਦੇਖ ਕੇ ਅਸੀਂ ਆਪਣਾ ਲੈ ਸਕਦੇ ਹਾਂ। ਕਹਿੰਦੇ ਕੁਆਲਿਟੀ ਕੰਟਰੋਲ ਦਾ ਅਰਥ ਹੈ ਕਿ ਕਿਸੇ ਵਸਤੂ ਵਿੱਚ ਵਧੀਆ ਗੁਣ ਕਿਸੇ ਹੱਦ ਤੱਕ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਕੁਆਲਿਟੀ ਹੈ, ਕੁਆਲਿਟੀ ਦਾ ਮਤਲਬ ਹੀ ਗੁਣ ਹੈ।
ਜਦੋਂ ਅਸੀਂ ਗੁਣ ਪਾਉਂਦੇ ਹਾਂ ਕਿਸੇ ਵੀ ਚੀਜ਼ ਦੇ ਵਿੱਚ, ਜਦੋਂ ਅਸੀਂ ਸਟਿਚਿੰਗ ਦਾ ਕੰਮ ਕਰ ਰਹੇ ਹਾਂ, ਬੁਟੀਕ ਖੋਲ ਲਿਆ ਹੈ ਜਾਂ ਅਸੀਂ ਫੈਕਟਰੀ ਦੇ ਲੈਵਲ ਦੇ ਅਸੀਂ ਡਿਜ਼ਾਈਨ ਕਰ ਰਹੇ ਹਾਂ ਕੱਪੜੇ, ਤਾਂ ਸਾਡੇ ਕੱਪੜੇ ਦੀ ਕੁਆਲਿਟੀ ਹੀ ਉਸਨੂੰ ਦੇਖੇਗੀ, ਫਿਰ ਉਹਦੀ ਸਟਿਚਿੰਗ ਦੇਖੇਗੀ, ਫਿਰ ਉਸਦੇ ਹਰ ਇੱਕ ਮਾਪਦੰਡ ਵੱਖਰੇ ਵੱਖਰੇ ਨੇ। ਫਿਰ ਅਸੀਂ ਉਹਦੀ ਪੈਕਿੰਗ, ਉਹਦੀ ਸੇਲਿੰਗ, ਉਹਦੀ ਮਾਰਕੀਟਿੰਗ, ਅਸੀਂ ਹਰ ਇੱਕ ਚੀਜ਼ ਨੂੰ ਅਸੀਂ ਦੇਖਾਂਗੇ, ਤਦ ਹੀ ਉਹ ਚੀਜ਼ ਵਧੀਆ ਬਣੇਗੀ। ਕਹਿੰਦੇ ਸਭ ਤੋਂ ਚੰਗੀ ਵਸਤੂ ਜਿਸ ਨੂੰ ਅਸੀਂ ਖਰੀਦ ਸਕਦੇ ਹਾਂ, ਜੋ ਸਾਡੇ ਮਾਪਦੰਡ ਵਿੱਚ ਖਰੀ ਉਤਰਦੇ। ਮਾਪਦੰਡ ਯਾਨੀ ਕਿ ਅਸੀਂ ਇੱਕ ਪੈਰਾਮੀਟਰ ਬਣਾ ਲੈਂਦੇ ਹਾਂ ਕਿ ਸਾਡੇ ਕੋਲ ਇੰਨੇ ਪੈਸੇ ਆ, ਅਸੀਂ ਇੰਨੇ ਪੈਸਿਆਂ 'ਚ ਆਹ ਚੀਜ਼ ਖਰੀਦਦੇ ਹਾਂ, ਉਹਨੂੰ ਮਾਪਦੰਡ ਕਹਿੰਦੇ ਨੇ। ਵਸਤੂ ਦੀ ਕਾਰਜ ਕੁਸ਼ਲਤਾ ਅਤੇ ਕੰਮ ਕਰਨ ਦੀ ਤਕਨੀਕ ਸੰਤੋਖਜਨਕ ਹੋਵੇ। ਵਸਤੂ ਬਣਾਉਣ ਲਈ ਗੁਣਵੱਤਾ ਤੋਂ ਭਾਵ ਹੈ ਵਸਤੂ ਦੀ ਸਪੈਸੀਫਿਕੇਸ਼ਨਸ ਵਸਤੂ ਦੇ ਅਨੁਸਾਰ ਹੋਵੇ। ਸਪੈਸੀਫਿਕੇਸ਼ਨਸ ਮਤਲਬ ਕਿ ਜੋ ਜੇ ਅਸੀਂ ਇੱਕ ਗਰਲਜ਼ ਫਰੋਕ ਅਸੀਂ ਦਿੱਤੀ ਹੈ, ਕਿ ਗਰਲਜ਼ ਫਰੋਕ ਦੇ ਵਿੱਚ ਕੀ ਦਿੱਤਾ ਹੈ, ਉਹਦੇ ਵਿੱਚ ਅੰਬਰੇਲਾ ਕਾਲਰਸ ਦਿੱਤੇ ਹਨ, ਬੈਕ ਦੀ ਬੈਲਟ ਦਿੱਤੀ ਹੈ, ਔਰ ਉਹਦੇ ਨਾਪ ਦਿੱਤੇ ਹਨ ਕਿ ਜਿਸ ਤਰ੍ਹਾਂ ਦੇ ਅਸੀਂ ਉਹਦੇ ਨਾਪ ਦਿੰਦੇ ਹਾਂ ਕਿ ਅਸੀਂ ਆਹ ਕੱਪੜਾ ਹੈ, ਕੱਪੜਾ ਯਾਨੀ ਕਿ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਪਿਓਰ ਕਾਟਨ ਹੈ, 100% ਕਾਟਨ ਹੈ, ਜਾਂ 80-20 ਇਹਦੇ ਵਿੱਚ ਕਾਟਨ ਹੈ, ਜਾਂ ਸਿਲਕ ਦੀ ਫਰੋਕ ਹੈ। ਅਸੀਂ ਹਰ ਤਰ੍ਹਾਂ ਦਾ ਉਹਦੇ 'ਚ ਸਪੈਸੀਫਿਕੇਸ਼ਨ ਦਿੰਦੇ ਹਾਂ, ਉਹਨੂੰ ਸਪੈਸੀਫਿਕੇਸ਼ਨ ਕਹਿੰਦੇ ਆ। ਬੈਕ ਜਿਪ ਲੱਗੀ ਹੋਈ ਹੈ ਕਿ ਨਹੀਂ ਲੱਗੀ ਹੋਈ, ਇਹਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਹੋਏਗਾ, ਅਸੀਂ ਉਹ ਦਿੰਦੇ ਹਾਂ। ਜਦੋਂ ਉਹ ਪੂਰੀਆਂ ਦੀ ਪੂਰੀ ਜੋ ਚੀਜ਼ ਅਸੀਂ ਦਿੱਤੀ ਹੈ, ਲਿਖੀ ਹੈ, ਜਾਂ ਉਹਦੇ ਉੱਤੇ ਅਸੀਂ ਟੈਗ ਲਗਾਇਆ ਹੈ, ਉਹ ਉਹ 'ਚ ਪੂਰੀ ਹੈ, ਤਾਂ ਸਾਨੂੰ ਉਹਦੇ 100% ਨੰਬਰ ਮਿਲਣਗੇ। ਤੇ ਹਰ ਇੱਕ ਬੰਦਾ ਕਹੇਗਾ ਕਿ ਜੀ ਅਸੀਂ ਉਸ ਉੱਥੋਂ ਲਿਆਓ ਸਮਾਨ, ਉਹ ਸਮਾਨ ਜ਼ਿਆਦਾ ਵਧੀਆ ਹੈ, ਉਹ ਜੋ ਕਹਿੰਦੇ ਨੇ ਉਹੀ ਉਹ ਦਿੰਦੇ ਹਨ। ਠੀਕ ਹੈ, ਇਹ 'ਚ ਐਕਸਕਲੂਸਿਵ ਚੀਜ਼ਾਂ ਹੋਣੀਆਂ ਚਾਹੀਦੀਆਂ, ਗੁੱਡ ਮੀਡੀਅਮ। ਇਹਨੂੰ ਕਿਵੇਂ ਨਾਪਦੇ ਨੇ ਕੁਆਲਿਟੀਜ਼ ਨੂੰ, ਕਿ ਐਕਸਕਲੂਸਿਵ ਯਾਨੀ ਕਿ ਸਭ ਤੋਂ ਵਧੀਆ, ਕਿ ਭਾਈ ਬਹੁਤ ਐਕਸਕਲੂਸਿਵ ਚੀਜ਼ ਹੈ, ਬਹੁਤ ਵਧੀਆ ਹੈ। ਗੁੱਡ, ਮੀਡੀਅਮ, ਮੀਡੀਅਮ ਪੂਅਰ, ਔਰ ਡਿਸਕਾਊਂਟਸ। ਡਿਸਕਾਊਂਟ ਦੇ ਵਿੱਚ ਹੁੰਦਾ ਜਿਹੜਾ ਕੱਪੜਾ ਰਫ ਹੋ ਜਾਂਦਾ ਉਹਨੂੰ ਡਿਸਕਾਊਂਟ 'ਚ ਪਾ ਦਿੰਦੇ ਆ। ਠੀਕ ਹੈ, ਲੇਕਿਨ ਇੰਡੀਆ ਦੇ ਵਿੱਚ ਡਿਸਕਾਊਂਟ 'ਚ ਉਹ ਚੀਜ਼ਾਂ ਜਾਂਦੀਆਂ ਨੇ ਜਦੋਂ ਕਿਸੇ ਦੀ ਸੇਲ ਨਹੀਂ ਹੁੰਦੀ ਤਾਂ ਉਹ ਚੀਜ਼ਾਂ ਡਿਸਕਾਊਂਟ 'ਚ ਦੇ ਦਿੰਦੀਆਂ, ਉਹਨਾਂ ਨੂੰ ਵਧੀਆ ਨਹੀਂ ਮੰਨਿਆ ਜਾਂਦਾ। ਸੇਲਾਂ ਲੱਗਦੀਆਂ ਨੇ ਨਾ, ਉਹ ਡਿਸਕਾਊਂਟ ਤੇ ਹੀ ਲੱਗਦੀਆਂ ਨੇ, ਤੇ ਅੱਜ ਕੱਲ੍ਹ ਉਹਦੇ ਵਿੱਚ ਵੀ ਧੋਖੇਬਾਜ਼ੀ ਹੋ ਰਹੀ ਹੈ, ਇਸ ਲਈ ਤੁਸੀਂ ਅਲਰਟ ਰਹਿਣਾ। ਕੁਆਲਿਟੀ ਦੇ ਆਧਾਰ ਤੇ ਉਸ ਵਿੱਚ ਉਹ ਸਾਰੇ ਗੁਣ ਅਤੇ ਟੀਚੇ ਹੁੰਦੇ ਹਨ ਜਦ ਕਿਸੇ ਬਿਜ਼ਨਸ ਨੂੰ ਸ਼ੁਰੂਆਤ ਕਰਨਾ ਹੋਵੇ। ਜਦੋਂ ਅਸੀਂ ਬਿਜ਼ਨਸ ਕਰਦੇ ਹਾਂ, ਜਿਸ ਤਰ੍ਹਾਂ ਆਪਣੇ ਕਹਾ ਇੱਕ ਲੜਕਾ ਜੁੜਿਆ ਸੀ, ਤੁਸੀਂ ਦੇਖਿਆ ਸਰਦੀਪ, ਪੂਨਮ ਨੂੰ ਯਾਦ ਹੋਏਗਾ, ਉਹਨਾਂ ਦੀ ਕਲਾਸਮੇਟ ਹੈ ਉਹ ਲੜਕਾ, ਤੇ ਉਹਦੇ ਆਪਣਾ ਟੇਲਰ ਦੀ ਦੁਕਾਨ ਹੈ। ਅਗਰ ਉਹ ਇਸ ਲੈਸਨ ਨੂੰ ਅੱਛੀ ਤਰ੍ਹਾਂ ਅਡਾਪਟ ਕਰੇਗਾ ਆਪਣੀ ਲਾਈਫ ਦੇ ਵਿੱਚ, ਉਹ ਉਸ ਦੁਕਾਨ ਤੋਂ 10 ਦੁਕਾਨਾਂ ਬਣਾ ਲੇਗਾ ਜਾਂ ਇੱਕ ਫੈਕਟਰੀ ਲਗਾ ਲੇਗਾ, ਉਸ ਕਿਉਂਕਿ ਉਹ 'ਚ ਕੁਆਲਿਟੀ ਹੈ। ਉਸ ਨੂੰ ਨਹੀਂ ਨੌਲੇਜ ਹੈ, ਸਿਰਫ ਕਾਨੂੰਨ ਦੀ ਨੌਲੇਜ ਨਹੀਂ ਹੈ ਕਿ ਕਿਵੇਂ ਕੰਮ ਕਰਨਾ ਹੈ, ਕਿਸ ਤਰ੍ਹਾਂ ਕੰਮ ਕਰਨਾ ਹੈ। ਅਦਰਵਾਈਜ਼ ਉਹਦੀ ਕੈਪੇਬਿਲਿਟੀ ਵਿੱਚ ਕੋਈ ਉਹ ਨਹੀਂ ਹੈਗੀ ਕਿ ਅਸੀਂ ਕਹੀਏ ਕਿ ਉਹਨੂੰ ਕੁਛ ਆਉਂਦਾ ਨਹੀਂ ਹੈ ਜਾਂ ਬਹੁਤ ਘੱਟ ਆਉਂਦਾ ਹੈ, ਇਹ ਜੀ ਗੱਲ ਨਹੀਂ ਹੈ। ਸਿਰਫ ਉਹਨੂੰ ਕੁਛ ਚੀਜ਼ਾਂ ਦਾ ਨਹੀਂ ਪਤਾ ਜਿਹੜੀ ਕਾਗਜ਼ੀ ਕਾਰਵਾਈ, ਅਦਰਵਾਈਜ਼ ਉਹ ਬਹੁਤ ਵਧੀਆ ਹੈ, ਮੈਂ ਉਸਨੂੰ ਉਸ ਦਿਨ ਦੇਖਿਆ ਸੀ। ਜੇਕਰ ਕਿਸੇ ਵਸਤੂ ਦੀ ਕੁਆਲਿਟੀ ਚੰਗੀ ਨਹੀਂ ਹੋਏਗੀ ਤਾਂ ਕੋਈ ਵੀ ਗਾਹਕ ਖਰੀਦਣਾ ਪਸੰਦ ਨਹੀਂ ਕਰੇਗਾ। ਇਸ ਲਈ ਹਰ ਬਿਜ਼ਨਸ ਦੇ ਗ੍ਰਾਹਕ ਦੀ ਮੰਗ ਅਤੇ ਉਸਦੀ ਜੇਬ ਨੂੰ ਧਿਆਨ 'ਚ ਰੱਖ ਕੇ ਕਿਸੇ ਵਸਤੂ ਦਾ ਨਿਰਮਾਣ ਕੀਤਾ ਜਾਂਦਾ ਹੈ। ਕੱਪੜਾ ਉਦਯੋਗ ਵਿੱਚ ਗੁਣਤਾ ਦਾ ਬਹੁਤ ਧਿਆਨ ਦਿੱਤਾ ਜਾਂਦਾ ਹੈ। ਕੱਪੜਾ ਕਿਹੋ ਜਿਹਾ ਹੋਏਗਾ, ਸਿਲਾਈ ਕਿਸ ਤਰ੍ਹਾਂ ਦੀ ਹੋਏਗੀ, ਕਿਸ ਤਰ੍ਹਾਂ ਦੇ ਬਟਨ, ਕਢਾਈ ਆਦਿ ਚੱਲੇਗੀ, ਇਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਹਰ ਇੰਡਸਟਰੀ ਵਿੱਚ ਕੁਆਲਿਟੀ ਕੰਟਰੋਲ ਦਾ ਇੱਕ ਵੱਖ ਮਹਿਕਮਾ ਹੁੰਦਾ ਹੈ ਜੋ ਹਰ ਤਰ੍ਹਾਂ ਦੇ ਕੱਪੜੇ ਦੀ ਚੈਕਿੰਗ ਕਰਦਾ ਹੈ। ਕੱਪੜੇ ਦੀ ਉਹ ਹਰ ਸਥਿਤੀ ਦੀ ਗੁਣਵੱਤਾ ਨੂੰ ਟੈਸਟ ਵਿੱਚ ਲੰਘਣਾ ਪੈਂਦਾ ਹੈ। ਜਦੋਂ ਕੁਆਲਿਟੀ ਕੰਟਰੋਲ ਦਾ ਜੋ ਇੱਕ ਡਿਪਾਰਟਮੈਂਟ ਹੁੰਦਾ ਹੈ ਨਾ, ਉਹ ਹੀ ਚੈੱਕ ਕਰਦਾ ਹੈ ਉਹਦੇ ਕਾਲਰ ਠੀਕ ਹੈ, ਉਹਦੇ ਬਟਨ ਠੀਕ ਲੱਗੇ ਹਨ, ਉਹਦੀ ਜਿਪ ਠੀਕ ਲੱਗੀ ਹੋਈ ਹੈ, ਉਹਦੇ ਕੋਈ ਭੁੰਗ ਤਾਂ ਨਹੀਂ ਹੈ, ਕਿਤੇ ਫਟਿਆ ਤਾਂ ਨਹੀਂ ਹੋਇਆ, ਤੇ ਛੋਟਾ ਵੱਡਾ ਤਾਂ ਨਹੀਂ ਹੈ, ਇਹ ਸਾਰੇ ਕੁਆਲਿਟੀ ਕੰਟਰੋਲ 'ਚ ਆਉਂਦੇ ਨੇ। ਉੱਥੇ ਹੀ ਕੱਪੜਾ ਡਿਫੈਕਟਡ, ਅਨਡਿਫੈਕਟਡ ਜਾਂ ਵਧੀਆ ਐਕਸਕਲੂਸਿਵ ਦੇ ਵਿੱਚ ਜਾਂਦਾ ਹੈ। ਉੱਥੇ ਹੀ ਉਸ ਤੋਂ ਬਾਅਦ ਹੀ ਉੱਥੇ ਰੇਟ ਤੈਅ ਹੁੰਦਾ ਹੈ, ਕਿਉਂਕਿ ਮਟੀਰੀਅਲ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਲੱਗਿਆ ਹੁੰਦਾ ਤਕਰੀਬਨ ਫੈਕਟਰੀ ਲੈਵਲ ਦੇ ਵਿੱਚ, ਪਰ ਰੇਟ ਅਲੱਗ-ਅਲੱਗ ਕਿਉਂ ਹੁੰਦੇ ਹਨ, ਉਹ ਇਸੇ ਕਾਰਨ ਹੁੰਦੇ ਹਨ। ਕਾਰਖਾਨੇ ਜਦ ਕੱਚਾ ਮਾਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਚੈਕਿੰਗ ਕੀਤੀ ਜਾਂਦੀ ਹੈ ਕਿ ਮਾਲ ਠੀਕ ਆਇਆ ਹੈ ਜਾਂ ਨਹੀਂ। ਇਸੇ ਵਿੱਚ ਕੱਪੜੇ ਦੇ ਰੰਗ ਅਤੇ ਉਸਦੇ ਪ੍ਰਿੰਟ, ਕੱਪੜੇ ਦੀ ਮਜ਼ਬੂਤੀ ਆਦਿ ਦਾ ਨਿਰੀਖਣ ਕੀਤਾ ਜਾਂਦਾ ਹੈ।
क्योंकि कपड़ा किस तरह का आया है, जो असी कपड़ा मंगवाया है रॉ मटीरियल तो साडा कपड़ा ही है, जो असी कपड़ा मंगवाया है वो कपड़ा ठीक है। इस तरह तो नहीं है कि कपड़ा असी कुछ मंगवाया तो आ कुछ गया है, इसलिए उसकी चेकिंग बड़े लार्ज स्केल के उत्ते हुंदी है। ठीक है, ਉਹਦਾ प्रिंट ठीक है, ਉਹਦਾ रंग मजबूत है कि नहीं है, इस तरह ना होवे कपड़ा वधिया कस्टमर खरीदे पता लगे कि ਉਹਦਾ रंग ही मजबूत नहीं, रंग ही खराब हो गया तो उसਨੂੰ ਉਹ ਫਿਰ ਗਾਲਾਂ ਕੱਢੇਗਾ, ਇੱਕ ਵਾਰ ਤਾਂ ਖਰੀਦ ਕੇ ਲੈ ਜਾਏਗਾ, ਦੂਜੀ ਵਾਰ ਨਹੀਂ ਆਏਗਾ ਕਸਟਮਰ। ਇਸ ਤੋਂ ਬਾਅਦ ਜਦ ਕੱਪੜਾ ਬਣ ਕੇ ਤਿਆਰ ਹੋ ਜਾਂਦਾ ਫਿਰ ਦੁਬਾਰਾ ਗੁਣਤਾ ਨਿਰੀਖਣ ਯਾਨੀ ਜਿਹਨੂੰ ਕੁਆਲਿਟੀ ਕੰਟਰੋਲ ਕਹਿੰਦੇ ਹਨ ਕੀਤਾ ਜਾਂਦਾ ਹੈ। ਇਸ ਦੇ ਵਿੱਚ ਗਾਰਮੈਂਟਸ ਦਾ ਸਿਉਣਾ, ਬਟਨ, ਧਾਗੇ ਦੀ ਕੁਆਲਿਟੀ, ਮਜ਼ਬੂਤੀ, ਕੱਪੜੇ ਦਾ ਸਹੀ ਢੰਗ ਨਾਲ ਜੋੜਨਾ, ਇਹਨਾਂ ਗੱਲਾਂ ਨੂੰ ਧਿਆਨ ਦਿੱਤਾ ਜਾਂਦਾ ਹੈ। ਇਹਨਾਂ ਸਾਰੇ ਨਿਰੀਖਣਾਂ ਤੋਂ ਬਾਅਦ ਇੱਕ ਕੱਪੜਾ ਬਾਜ਼ਾਰ ਅਤੇ ਗ੍ਰਾਹਕ ਤੱਕ ਪਹੁੰਚਣ ਲਈ ਤਿਆਰ ਹੁੰਦਾ ਹੈ। ਜਦੋਂ ਜੇ ਮੰਨ ਲਓ ਕਿ ਅਸੀਂ ਇੱਕ ਸ਼ਰਟ ਬਣਾਉਣੀ ਹੈ, ਜੈਂਟ ਸ਼ਰਟ ਤੁਸੀਂ ਆਮ ਦੇਖਿਆ ਰੈਡੀਮੇਡਸ ਬਹੁਤ ਜ਼ਿਆਦਾ ਹੁੰਦੀਆਂ ਨੇ, ਜਾਂ ਸੂਟ ਬਣਾਉਣਾ ਹੈ, ਜਦੋਂ ਸਟਿਚ ਹੋ ਜਾਂਦਾ ਨਾ ਫਿਰ ਉਹਨੂੰ ਧਾਗੇ ਕੱਟਣ ਦਾ ਕੰਮ ਆ ਜਾਂਦਾ ਹੈ। ਧਾਗੇ ਕੱਟਣ ਤੋਂ ਬਾਅਦ ਇੰਟਰਲੋਕਿੰਗ ਦਾ ਕੰਮ ਆ ਜਾਂਦਾ ਹੈ। ਇਹ ਫਿਨਿਸ਼ਿੰਗ ਦੇ ਕੰਮ ਹੈ, ਇਹ ਪ੍ਰੋਜੈਕਟ ਫਿਨਿਸ਼ਿੰਗ ਦੇ ਨੇ। ਉੱਥੇ ਆ ਜਾਂਦਾ ਧਾਗਾ ਕੱਟਿਆ ਜਾਵੇ, ਬਟਨ ਸਹੀ ਲੱਗਿਆ ਜਾਵੇ, ਬਟਨ ਸਹੀ ਰੰਗ ਦੇ ਲੱਗੇ ਜਾਣ, ਉਸਨੂੰ ਸਹੀ ਪ੍ਰੈਸ ਕੀਤਾ ਜਾਵੇ, ਉਹਦੀ ਸਹੀ ਪੈਕਿੰਗ ਹੋ ਜਾਵੇ। ਤਾਂ ਜਦੋਂ ਇਹ ਸਾਰੀਆਂ ਚੀਜ਼ਾਂ ਇੱਕ ਚੈਨਲ ਤੋਂ ਨਿਕਲਦੀਆਂ ਨੇ ਨਾ ਇਹ ਕੁਆਲਿਟੀ ਕੰਟਰੋਲ ਦੇ ਵਿੱਚ ਆ ਜਾਂਦੀਆਂ ਨੇ। ਕਹਿੰਦੇ ਆਬਜੈਕਟਿਵ ਨਿਰਮਾਣ ਦੀ ਸ਼ਰਤਾਂ ਨੂੰ ਪੂਰਾ ਕਰਨ ਕੇ ਹੀ ਕੰਮ ਕੀਤਾ ਜਾਂਦਾ ਹੈ। ਅਜਿਹੇ ਡਿਜ਼ਾਈਨਾਂ ਦਾ ਨਿਰਮਾਣ ਕਰਨਾ ਜੋ ਕਿ ਸਮੇਂ ਅਤੇ ਗਾਹਕ ਦੀ ਮੰਗ ਅਨੁਸਾਰ ਹੋਵੇ। ਇੱਕ ਵਧੀਆ ਡਰੈਸ ਬਣਾਉਣ ਲਈ ਠੀਕ ਰੰਗ ਦਾ ਕੱਪੜਾ ਅਤੇ ਸਟਾਈਲ ਉਹਨਾਂ ਦੇ ਨਾਲ ਮਿਲਦੇ ਹੋਣ ਅਤੇ ਹਰ ਹਿੱਸੇ ਦਾ ਪੂਰਾ ਧਿਆਨ ਦੇਣਾ ਚਾਹੀਦਾ ਹੈ। ਜਦੋਂ ਵੀ ਅਸੀਂ ਕੱਪੜੇ ਦਾ ਰੰਗ ਜਾਂ ਕੱਪੜਾ ਜਾਂ ਸਟਾਈਲ ਜਾਂ ਕੁਛ ਵੀ ਗਾਊਨ ਬਣਾਉਣਾ ਹੈ, ਗਾਊਨ ਤੁਹਾਨੂੰ ਕਿਸੇ ਨੇ ਆਰਡਰ ਦੇ ਦਿੱਤਾ, ਤੁਸੀਂ ਗਾਊਨ ਬਣਾਉਣਾ ਹੈ, ਤੁਸੀਂ ਇਹ ਦੇਖਣਾ ਕਿ ਗਾਊਨ ਕਿਸ ਮਟੀਰੀਅਲ ਦਾ ਬਣਾਇਆ। ਪਹਿਲਾਂ ਉਹਦੀ ਡਿਜ਼ਾਈਨਿੰਗ ਦਾ ਧਿਆਨ ਦੇਵਾਂਗੇ, ਪੁੱਛਾਂਗੇ ਅਸੀਂ ਕਸਟਮਰਸ ਨੂੰ ਜੇ ਅਸੀਂ ਇੰਡੀਵਿਜੂਅਲ ਕੰਮ ਕਰ ਰਹੇ ਹਾਂ ਕਿ ਅਸੀਂ ਗਾਊਨ ਕਿਸ ਤਰ੍ਹਾਂ ਦਾ ਬਣਾਉਣਾ ਹੈ। ਆਫਟਰ ਦੈਟ ਗਾਊਨ ਕਿਸ ਓਕੇਜ਼ਨ ਲਈ ਬਣਾਉਣਾ ਹੈ। ਫਿਰ ਗਾਊਨ ਦੇ ਲਈ ਅਸੀਂ ਜੋ ਡਿਜ਼ਾਈਨਿੰਗ ਸੈੱਟ ਕੀਤੀ ਹੈ, ਕੱਪੜਾ ਉਸ ਤਰ੍ਹਾਂ ਦਾ ਹੈ, ਅਗਰ ਨਹੀਂ ਹੈ ਅਵੇਲੇਬਲ ਹੈ ਉਸ ਤਰ੍ਹਾਂ ਦਾ ਅਸੀਂ ਦੇਖਾਂਗੇ। ਯਾਨੀ ਕਿ ਨਿੱਕੀ ਨਿੱਕੀ ਚੀਜ਼ ਦਾ ਅਸੀਂ ਧਿਆਨ ਰੱਖਾਂਗੇ। ਠੀਕ ਹੈ, ਤੁਸੀਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕਈ ਬੁਟੀਕਸ ਦੇ ਵਿੱਚ ਅਗਰ ਗਾਊਨਸ ਪਹਿਨਦੇ ਨੇ ਜਾਂ ਕੋਈ ਪਾਰਟੀ ਵੇਅਰ ਡਰੈਸਿਸ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਦੇ ਹੀ ਜੁੱਤੇ ਵੀ ਤਿਆਰ ਕੀਤੇ ਜਾਂਦੇ ਹਨ ਔਰ ਪਰਸ ਵੀ ਨਾਲ ਦੇ ਹੀ ਤਿਆਰ ਕੀਤੇ ਜਾਂਦੇ, ਜਾਂ ਉਹਨਾਂ ਦੇ ਪੋਲੀ ਬੈਗ ਛੋਟੇ ਛੋਟੇ ਪਾਊਚ ਜੇ ਹੁੰਦੇ ਨੇ ਉਹ ਵੀ ਤਿਆਰ ਕੀਤੇ ਜਾਂਦੇ ਹਨ। ਠੀਕ ਹੈ, ਮਾਲ ਗ੍ਰਾਹਕ ਦੀ ਸੁਵਿਧਾ ਅਨੁਸਾਰ ਤਿਆਰ ਕਰਵਾਉਣਾ ਜਿਸ ਨਾਲ ਉਸਨੂੰ ਆਸਾਨੀ ਨਾਲ ਖਰੀਦ ਸਕੇ। ਰਿਕੁਆਇਰਮੈਂਟ ਕੀ ਹੈ, प्लान की है, डू की है, एक्ट की है और चेकिंग और प्रोसेस साइकिल ऑफ क्वालिटी की है उसकी। ठीक है, सारी चीज़ां ध्यान च रखनियां पैंदियां। ग्राहक दी जरूरतां नूं समझना ही क्वालिटी कंट्रोल का सब तो पहला काम है, इसलिए हेठले के अनुसार काम करने पैंदे। क्वालिटी कंट्रोल डिपार्टमेंट नूं ठीक ਅਤੇ ਸੁਚੱਜੇ ਢੰਗ ਨਾਲ ਚਲਾਉਣਾ। ਇਸ ਗੱਲ ਨੂੰ ਧਿਆਨ ਚ ਰੱਖੋ ਕਿ ਕੁਆਲਿਟੀ ਕੰਟਰੋਲ ਵਿਭਾਗ ਆਪਣੇ ਕੰਮ ਨੂੰ ਠੀਕ ਢੰਗ ਨਾਲ ਪੂਰਾ ਕਰਨ ਦੇ ਨਾਲ ਗਾਹਕਾਂ ਦਾ ਵੀ ਵੱਧ ਧਿਆਨ ਰੱਖੇ। ਕੁਆਲਿਟੀ ਪਲਾਨ ਬਣਾਉਣਾ, ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਕੰਮ ਕਰਦੇ ਹਾਂ ਪਲਾਨ ਦੇ ਅਨੁਸਾਰ ਕਰਦੇ ਹਾਂ। ਜੇ ਵਿਦਆਊਟ ਪਲੈਨਿੰਗ ਕੰਮ ਹੋਏਗਾ ਤੇ ਹਮੇਸ਼ਾ ਨੁਕਸਾਨ ਹੋਏਗਾ ਔਰ ਉਸ ਦੇ ਵਿੱਚ ਸਹੀ ਇਮਾਨਦਾਰੀ ਦਾ ਹੋਣਾ ਜ਼ਰੂਰੀ ਹੈ। ਇਸ ਵਿੱਚ ਕੰਮ ਦੀ ਸਪੀਡ, ਤਕਨੀਕ, ਮਾਪਦੰਡ, ਨਿਰੀਖਣ, ਯੋਜਨਾਵਾਂ ਆਦਿ ਨੂੰ ਧਿਆਨ ਚ ਰੱਖਣਾ ਪੈਂਦਾ ਹੈ। ਕਿਉਂਕਿ ਤੁਹਾਡੇ ਕੋਲ ਇੱਕ ਟਾਰਗੇਟ ਆ ਗਿਆ ਕਿ ਤੁਸੀਂ ਉਹ ਕੰਮ ਕਰਨਾ ਹੈ, ਇਸ ਲਈ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਕੁਆਲਿਟੀ ਕੰਟਰੋਲ ਟ੍ਰੇਨਿੰਗ ਦਾ ਸਮੇਂ-ਸਮੇਂ ਤੇ ਪ੍ਰਬੰਧ ਕਰਨਾ, ਰਿਕਾਰਡ ਬਣਾਉਣਾ। ਜਦ ਕੱਪੜੇ ਦਾ ਨਿਰੀਖਣ ਪੂਰਾ ਹੋ ਜਾਵੇ ਤਾਂ ਉਸ ਦਾ ਸਾਰਾ ਬਿਊਰਾ ਰਿਪੋਰਟ ਦੇ ਰੂਪ ਵਿੱਚ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਜਮ੍ਹਾਂ ਕਰਵਾਉਣਾ ਚਾਹੀਦਾ ਹੈ। ਜੇਕਰ ਕੋਈ ਕਮੀ ਹੈਗੀ ਹੈ ਤਾਂ ਉਸ ਨੂੰ ਉਹ ਠੀਕ ਕਰਨਾ ਚਾਹੀਦਾ ਹੈ। ਠੀਕ ਹੈ, ਪ੍ਰੋਸੈਸ ਆਫ ਕੁਆਲਿਟੀ ਕੰਟਰੋਲ। ਫਿਰ ਪ੍ਰੋਸੈਸ ਕੀ ਹੈ? ਪਰਪਸ ਆਫ ਕੁਆਲਿਟੀ ਕੰਟਰੋਲ। ਕੁਆਲਿਟੀ ਕੰਟਰੋਲ ਦਾ ਪਰਪਸ ਕੀ ਹੈ? ਕੁਆਲਿਟੀ ਕੰਟਰੋਲ ਦਾ ਮੁੱਖ ਉਦੇਸ਼ ਹੈ ਕਿ ਮਾਰਕੀਟ ਵਿੱਚ ਮੰਗੇ ਦੇ ਅਨੁਸਾਰ ਗੁਣ ਪ੍ਰਾਪਤ ਹੋਣੇ, ਵਸਤਰਾਂ ਦੇ ਡਿਜ਼ਾਈਨ ਸੰਤੋਖਜਨਕ ਹੋਣੇ, ਵਸਤਰ ਉਸਾਰੀ ਵਿੱਚ ਆ ਰਹੀਆਂ ਵਸਤਰ ਉਸਾਰੀ ਯਾਨੀ ਬਣਾਉਣ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਪਹਿਚਾਨਣਾ ਅਤੇ ਉਹਨਾਂ ਨੂੰ ਦੁਬਾਰਾ ਰੋਕਣਾ। ਆਧੁਨਿਕ ਤਕਨੀਕ ਦਾ ਪਤਾ ਕਰਨਾ ਤੇ ਉਹਨਾਂ ਨੂੰ ਲਾਗੂ ਕਰਨਾ। ਆਧੁਨਿਕ ਤਕਨੀਕ ਕੀ ਹੈ ਕਿ ਕੋਈ ਨਵੀਂ ਚੀਜ਼ ਆਈ ਹੈ, ਨਵੀਂ ਮਸ਼ੀਨ ਆਈ ਹੈ ਜਾਂ ਨਵੇਂ ਤਰੀਕੇ ਨਾਲ ਅਸੀਂ ਡਿਜ਼ਾਈਨ ਕਰ ਸਕਦੇ ਹਾਂ, ਉਹਦਾ ਤਕਨੀਕ ਦਾ ਪਤਾ ਕਰਨਾ।
ਕਿਸੇ ਵੀ ਫੈਕਟਰੀ ਵਿੱਚ ਕੁਆਲਿਟੀ ਕੰਟਰੋਲ ਦਾ ਸਭ ਤੋਂ ਪਹਿਲਾਂ ਮਟੀਰੀਅਲ ਦੀ ਜਾਂਚ ਕਰਨਾ, ਜਾਂਚ ਪੜਤਾਲ ਕੀਤੀ ਜਾਂਦੀ ਹੈ। ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰॉ ਮਟੀਰੀਅਲ ਸਹੀ ਹੈ ਜਾਂ ਨਹੀਂ, ਜੋ ਕਿ ਬਹੁਤ ਜ਼ਰੂਰੀ ਹੈ। ਵਸਤੂ ਦਾ ਜ਼ਰੂਰੀ ਨਿਰੀਖਣ ਅਤੇ ਪਲੈਨਿੰਗ ਦੇ ਰਾਹੀਂ ਅਨਿਯਮਿਤਤਾਵਾਂ ਨੂੰ ਰੋਕਣਾ, ਕੁਆਲਿਟੀ ਅਸੈਸਮੈਂਟ ਸਿਸਟਮਸ ਅਤੇ ਉਹਨਾਂ ਦੀ ਸਾਰੀ ਪ੍ਰਕਿਰਿਆਵਾਂ ਜਿਹੜੀਆਂ ਗੁਣਾਂ ਅਤੇ ਤੱਤਾਂ ਨੂੰ ਪ੍ਰਾਪਤ ਕਰਨ ਦੇ ਲਈ ਕੀਤੀਆਂ ਜਾਂਦੀਆਂ ਹਨ, ਸਾਰੀ ਕੁਆਲਿਟੀ ਅਸ਼ੋਰੈਂਸ ਸਿਸਟਮ ਦੇ ਅਧੀਨ ਆਉਂਦੀਆਂ ਹਨ। ਕੁਆਲਿਟੀ ਅਸੈਸਮੈਂਟ ਸਿਸਟਮ ਇੱਕ ਅਜਿਹਾ ਸਿਸਟਮ ਮੇਜ਼ਰਮੈਂਟ ਸਿਸਟਮ ਹੈ ਜੋ ਕਿ ਸੀਨੀਅਰ ਮੈਨੇਜਰ ਨਿਰਧਾਰਿਤ ਕਰਦਾ ਹੈ। ਇਸ ਸਿਸਟਮ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਤਿਆਰ ਹੋ ਰਿਹਾ ਉਤਪਾਦਨ ਸਪੈਸੀਫਿਕੇਸ਼ਨ ਦੇ ਅਨੁਸਾਰ ਹੈ ਜਾਂ ਨਹੀਂ, ਕਿਉਂਕਿ ਅਸੀਂ ਜਦੋਂ ਵੀ ਕੋਈ ਕੰਮ ਕਰਦੇ ਹਾਂ ਸਭ ਤੋਂ ਪਹਿਲਾਂ ਸਪੈਸੀਫਿਕੇਸ਼ਨ ਕਰਦੇ ਹਾਂ ਕਿ ਸਾਡਾ ਇਹ ਚੀਜ਼ ਇਸ ਤਰ੍ਹਾਂ ਦੀ ਹੋਏਗੀ। ਇੰਟਰੋਡਕਸ਼ਨ ਆਫ ਫੈਬਰਿਕ ਕੁਆਲਿਟੀ ਕੰਟਰੋਲ। ਸ਼ੁਰੂ ਤੋਂ ਹੀ ਫੈਬਰਿਕ ਦੀ ਪਛਾਣ ਬਹੁਤ ਜ਼ਰੂਰੀ ਹੈ, ਕਿਉਂਕਿ ਵਸਤਰ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੂਜੇ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਵਸਤਰਾਂ ਦਾ ਨਿਰਮਾਣ ਵਿੱਚ ਗੁਣਵੱਤਾ ਦਾ ਪੱਧਰ ਨੂੰ ਉੱਤਮ ਰੱਖਣ ਲਈ ਕੱਪੜੇ ਦੀ ਗੁਣਵੱਤਾ ਦਾ ਪੱਧਰ ਵੀ ਉੱਤਮ ਹੋਣਾ ਚਾਹੀਦਾ ਹੈ। ਇਸ ਨਾਲ ਉਪਭੋਗਤਾ ਨਾ ਕੇਵਲ ਸੰਤੁਸ਼ਟ ਹੁੰਦਾ ਹੈ, ਬਲਕਿ ਕੀਮਤ ਦਾ ਵੀ ਪੂਰਾ ਅਸਰ ਪੈਂਦਾ ਹੈ। ਫੈਬਰਿਕ ਇੰਸਪੈਕਸ਼ਨ ਵਿੱਚ ਕੱਪੜੇ ਨੂੰ ਚੰਗੀ ਤਰ੍ਹਾਂ ਜਾਂਚ ਲਿਆ ਜਾਂਦਾ ਹੈ ਅਤੇ ਨਿਰੀਖਣ ਵਿੱਚ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਉਹ ਜ਼ਰੂਰਤ ਅਨੁਸਾਰ ਹੀ ਹੋਵੇ। ਇਸ ਤੋਂ ਇਲਾਵਾ ਕੁਆਲਿਟੀ ਕੰਟਰੋਲ ਦੇ ਹੇਠ ਇਹ ਵੀ ਪਰਖਣਾ ਜ਼ਰੂਰੀ ਹੈ ਕਿ ਕੱਪੜੇ ਦੇ ਵਿੱਚ ਕੋਈ ਵੀਵਿੰਗ ਫਾਲਟ ਜਾਂ ਕੋਈ ਹੋਰ ਨੁਕਸ ਤਾਂ ਨਹੀਂ, ਕਿਉਂਕਿ ਸਾਡਾ ਮਟੀਰੀਅਲ ਹੀ ਕੱਪੜਾ ਹੈ। ਇਸ ਲਈ ਸਾਨੂੰ ਉਹ ਦੇਖਣਾ ਪੈਂਦਾ ਹੈ ਕਿ ਕੱਪੜੇ ਨੂੰ ਸਭ ਤੋਂ ਪਹਿਲਾਂ ਹੀ ਉਸ ਦੀ ਦੇਖਭਾਲ ਕਰਾਂਗੇ। ਸਟੈਟਿਸਟੀਕਲ ਕੁਆਲਿਟੀ ਕੰਟਰੋਲ ਇਹ ਇੱਕ ਅਜਿਹੀ ਟਰਮ ਹੈ ਜੋ ਕਿ ਆਧੁਨਿਕ ਤਕਨੀਕ ਤੇ ਆਧਾਰਿਤ ਹੈ। ਇਸ ਦੇ ਗੁਣ ਹੇਠ ਨਿਰੰਤਰ ਦੇ ਰਾਹੀਂ ਚੋਣ ਕੀਤੀ ਜਾਂਦੀ ਹੈ। ਇਸ ਦੀ ਪਰਖ ਅਤੇ ਨਿਰੰਤਰ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਉਸ ਵਸਤੂ ਨੂੰ ਸੰਪੂਰਨ ਅਤੇ ਸਮੂਹ ਦੀ ਕੁਆਲਿਟੀ ਦੇ ਆਧਾਰਿਤ ਹੁੰਦਾ ਹੈ। ਇਹ ਸਿਧਾਂਤ ਸੈਧਾਨਿਕ ਪੱਧਰ ਤੇ ਸੰਬੰਧਿਤ ਹੋਣ ਦੇ ਕਾਰਨ ਸਟੈਟਿਸਟੀਕਲ ਕੁਆਲਿਟੀ ਕੰਟਰੋਲ ਕਿਹਾ ਜਾਂਦਾ ਹੈ। ਰੈਂਡਮਸ ਇੰਸਪੈਕਸ਼ਨ ਇਸ ਟਰਮ ਨਾਲ ਸੰਬੰਧਿਤ ਸੰਭਾਵਨਾਵਾਂ ਤੇ ਆਧਾਰਿਤ ਹੁੰਦੀ ਹੈ ਅਤੇ ਇਸ ਪੱਧਤੀ ਦਾ ਪ੍ਰਯੋਗ ਪਹਿਲਾਂ ਕੀਤਾ ਜਾਂਦਾ ਸੀ, ਪਰ ਹੁਣ ਘੱਟ ਕੀਤਾ ਜਾਂਦਾ ਹੈ ਕਿਉਂਕਿ ਇਹ ਵੀ ਸਹੀ ਦੀ ਸੰਭਾਵਨਾ ਘੱਟ ਹੁੰਦੀ ਹੈ। ਟੋਟਲ ਕੁਆਲਿਟੀ ਕੰਟਰੋਲ ਇਸ ਦੇ ਨਾਂ ਤੋਂ ਸਟੈਟਿਸਟੀਕਲ ਕੁਆਲਿਟੀ ਕੰਟਰੋਲ ਪੱਧਤੀ ਰਾਹੀਂ ਕੀਤਾ ਗਿਆ ਹੈ, ਜੋ ਇਹ ਸਲਾਹ ਦਿੰਦਾ ਹੈ ਕਿ ਚੰਗੀ ਗੁਣਵੱਤਾ ਵਸਤਰ ਨਿਰਮਾਣ ਪ੍ਰਕਿਰਿਆ ਦਾ ਅਗਲਾ ਅੰਗ ਹੈ। ਅਜਿਹੇ ਕੁਝ ਤੱਤ ਹੇਠ ਲਿਖੇ ਹਨ। ਨੰਬਰ 1 ਜ਼ੀਰੋ ਡਿਜੀਟਲ ਔਰ ਨੰਬਰ 2 ਰਾਈਟ ਫਸਟ ਟਾਈਮ। ਠੀਕ ਹੈ, ਇਸ ਤਰ੍ਹਾਂ ਅਸੀਂ ਕੁਆਲਿਟੀ ਕੰਟਰੋਲ ਦੇ ਨਜ਼ਦੀਕ ਆ ਜਾਂਦੇ ਹਾਂ। ਅਸਲ ਵਸਤਰ ਵਿੱਚ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਕਿਰਿਆ ਨੂੰ ਉਤਪਾਦਨ ਅਤੇ ਵਸਤਰਾਂ ਦੇ ਡਿਜ਼ਾਈਨ ਅਤੇ ਪੈਕਿੰਗ ਨਾਲ ਤੱਕ ਕੀਤਾ ਜਾਂਦਾ ਹੈ। ਜਿਹੜੀ ਪੱਧਰੀ ਹੇਠ ਲਿਖੀ ਮੈਨੇਜਮੈਂਟ ਇਹ ਦੇਖਦੀ ਹੈ ਕਿ ਕੁਆਲਿਟੀ ਦਾ ਮਾਨਕ ਸਟੈਂਡਰਡ ਨੂੰ ਪ੍ਰਾਪਤ ਕਰ ਰਹੀ ਹੈ ਜਾਂ ਨਹੀਂ। ਇਸ ਨੂੰ ਦੂਜੇ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ ਕਿ ਪ੍ਰਬੰਧਕ ਕੁਆਲਿਟੀ ਦੀ ਆਉਟਪੁੱਟ ਦਾ ਜ਼ਿਆਦਾ ਧਿਆਨ ਰੱਖਦੇ ਹਨ। ਸਟੈਟਿਸਟੀਕਲ ਕੁਆਲਿਟੀ ਕੰਟਰੋਲ ਟਰਮ ਅੰਤਰਗਤ ਕੇਵਲ ਅਨੁਪਾਤਿਕ ਵਸਤਰਾਂ ਨੂੰ ਹੀ ਪਰਖਿਆ ਜਾ ਸਕਦਾ ਹੈ। ਵਸਤਰਾਂ ਦੀ ਨਿਸ਼ਚਿਤ ਨਿਯਮ ਦੇ ਨਾਲ ਚੋਣ ਕੀਤੀ ਜਾ ਸਕਦੀ ਹੈ। ਇਹ ਨਿਯਮ ਥਿਊਰੀ ਆਫ ਐਕੂਰੇਸੀ ਤੇ ਆਧਾਰਿਤ ਹੁੰਦਾ ਹੈ। ਇਹ ਲਾਅ ਆਫ ਰੈਗੂਲੇਸ਼ਨਸ ਤੇ ਆਧਾਰਿਤ ਹੁੰਦਾ ਹੈ, ਕਿਉਂਕਿ 100% ਨਿਰੀਖਣ ਇੱਕ ਥਾਪਵਾਉਣ ਵਾਲੀ ਖਰਚੀਲੀ ਪ੍ਰਕਿਰਿਆ ਹੈ, ਕਿਉਂਕਿ 100% ਨਿਰੀਖਣ ਨਾਲ ਸਮੇਂ ਅਤੇ ਮਿਹਨਤ ਆਮ ਰੂਪ ਵਿੱਚ ਖਰਚ ਹੁੰਦੀ ਹੈ। ਕਹਿੰਦੇ ਮੀਨਿੰਗ ਆਫ ਸਟੈਟਿਸਟੀਕਲ ਕੁਆਲਿਟੀ ਕੰਟਰੋਲ, ਕਹਿੰਦੇ ਇਸ ਦਾ ਅਰਥ ਹੈ ਕਿ ਨਿਰੀਖਣ ਵਿੱਚ ਕਟੌਤੀ। ਗਾਰਮੈਂਟ ਇੰਡਸਟਰੀ ਵਿੱਚ ਇਸ ਦੇ ਪੂਰੇ ਲਾਟ ਵਿੱਚੋਂ ਕਿਸੇ ਇੱਕ ਪਾਰਟਿਕੂਲਰ ਪੀਸ ਦਾ ਨਿਰੀਖਣ ਕੀਤਾ ਜਾਂਦਾ ਹੈ ਅਤੇ ਇਹ ਪੀਸ ਪੂਰੇ ਲਾਟ ਵਿੱਚ ਪ੍ਰਤੀਨਿਧਿਤ ਕਰਦਾ ਹੈ। ਉਸ ਤੋਂ
ਭਾਵ ਉਸ ਸਮੇਂ ਮਿਲੇ ਡਿਫੈਕਟ ਦੂਜੇ ਤੇ ਲਾਗੂ ਹੁੰਦੇ ਹਨ। ਉਹਨਾਂ ਨਤੀਜਿਆਂ ਦੇ ਆਧਾਰ ਤੇ ਪੂਰਾ ਲਾਟ ਪਾਸ ਜਾਂ ਰਿਜੈਕਟ ਕੀਤਾ ਜਾਂਦਾ ਹੈ। टाइप ऑफ इंस्पेक्शन, स्टेजेस ऑफ इंस्पेक्शन, नंबर 2 फाइनल इंस्पेक्शन, नंबर 3 रैंडम इंस्पेक्शन, नंबर 4 100% इंस्पेक्शन एंड इमीडिएट इंस्पेक्शन एंड स्पेसिफिकेशन इंस्पेक्शन। अब तुसीं सारा चीज़ां ये पहला पढ़ियां हन, थानू इहदे बारे जानकारी होएगी। स्टेजेस ऑफ इंस्पेक्शन, स्टेजेस इंस्पेक्शन तो भाव है कि किसी काम नू काम दी थां ते जांच ਤਾਂ ਕਿ ਕੰਮ ਵਿੱਚ ਸੁਧਾਰ ਲਿਆਇਆ ਜਾ ਸਕੇ ਅਤੇ ਗਲਤੀਆਂ ਨੂੰ ਵੀ ਸੁਧਾਰਿਆ ਜਾ ਸਕੇ। ਇਸੇ ਤਰ੍ਹਾਂ ਨਿਰੀਖਣ ਦੇ ਵਿੱਚ ਮਟੀਰੀਅਲ, ਰਾ ਮਟੀਰੀਅਲ ਅਤੇ ਉਤਪਾਦਨ ਨੂੰ ਕਦੇ-ਕਦੇ ਲਾਇਕ ਅਧਿਕਾਰੀਆਂ ਰਾਹੀਂ ਪਰਖਿਆ ਜਾਂਦਾ ਹੈ ਅਤੇ ਇਸ ਦਾ ਕੰਮ ਸੰਬੰਧਿਤ ਸਮਾਨ ਸਿਉਣਾ ਪ੍ਰਕਿਰਿਆ ਤੇ ਹੋਰ ਗੱਲਾਂ ਦਾ ਵੀ ਸਾਰੇ ਪੱਧਰਾਂ ਤੇ ਪਰਖ ਚੱਲਦੀ ਹੈ। ਵਸਤਰਾਂ ਦੀ ਉਸਾਰੀ ਵਿੱਚ ਆਉਣ ਵਾਲੇ ਦੋਸ਼ ਤੇ ਨਿਸ਼ਾਨ ਲਗਾ ਕੇ ਕੱਟੇ ਹੋਏ ਹਿੱਸਿਆਂ ਨੂੰ ਪਰਖ करना भी इस हेठ आंदा है। ठीक है, फाइनल इंस्पेक्शन इस तरह तैयार माल का पूरा निरीक्षण किया जाता है। यह निरीक्षण चैकिंग विच जांच तो पहला किया जाता है ते यह देखा जाता है कि तैयार माल सही ढंग नाल बनिया है कि नहीं, वो गाहक उत्ते प्रेरित कर सकता है या नहीं, यानी प्रभाव पा सकता है साडा समान कितना वधिया ਬਣਿਆ ਹੋਇਆ ਹੈ। ਜੇਕਰ ਜਿਹਾ ਨਾ ਹੋਵੇ ਤਾਂ ਨਿਰੀਖਣ ਅਧਿਕਾਰੀ ਜੋ ਕੁਆਲਿਟੀ ਕੰਟਰੋਲ ਨੂੰ ਕੰਟਰੋਲ ਕਰਦਾ ਹੈ ਉਹਨੂੰ ਨਿਰੀਖਣ ਅਧਿਕਾਰੀ ਕਹਿੰਦੇ ਹਨ। ਕੁਝ ਸਲਾਹ ਦਿੰਦੇ ਹਨ ਤੇ ਉਹਨੂੰ ਅਮਲ ਚ ਅਮਲ ਕੀਤਾ ਜਾਵੇ। ਪੈਕਿੰਗ ਸੰਬੰਧੀ ਸੂਚਨਾ ਫਾਈਨਲ ਇੰਸਪੈਕਸ਼ਨ ਦੀ ਜਾਂਚ ਕਰਤਾ ਦੇ ਮੂਹਰੇ ਸੂਚਨਾਵਾਂ ਨਿਰਮਾਣ ਅਤੇ ਮਹੀਨ ਸਾਲ ਦਾ ਵੀ ਨਿਰੀਖਣ ਕੀਤਾ ਜਾਂਦਾ ਹੈ। ਸਾਲ ਨਿਯਤ ਮਾਲ ਦਾ ਨਿਰੀਖਣ ਕੀਤਾ ਜਾਂਦਾ। ਰੈਂਡਮ ਇੰਸਪੈਕਸ਼ਨ, ਇਹ ਇੰਸਪੈਕਸ਼ਨ ਲਾ ਤੇ ਰੈਗੂਲੇਸ਼ਨਸ ਤੇ ਆਧਾਰਿਤ ਹੁੰਦੀ ਹੈ। ਇਸ ਦੇ ਅਨੁਸਾਰ ਕੁਝ ਸੈਂਪਲ ਚੁਣੇ ਲਏ ਜਾਂਦੇ ਹਨ, ਉਹਨਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਘਰ 'ਚ ਚਾਵਲ ਬਣਾਉਂਦੇ ਆ ਤੇ ਇੱਕ ਚਾਵਲ ਚੁੱਕ ਕੇ ਦੇਖਦੇ ਆ ਨਾ ਕਿ ਚਾਵਲ ਬਣ ਗਿਆ ਕਿ ਨਹੀਂ, ਉਸੇ ਤਰ੍ਹਾਂ ਹੀ ਉਹਦੇ ਵਿੱਚ ਵੀ ਇੱਕ ਹੀ ਪੀਸ ਚੱਕ ਕੇ ਦੇਖਿਆ ਜਾਂਦਾ ਕਿ ਇੱਕ ਪੀਸ ਵਧੀਆ ਬਣਿਆ ਹੈ ਤੇ ਸਾਰੇ ਪੀਸ ਵਧੀਆ ਹੀ ਬਣੇ ਹੋਣਗੇ। ਫਿਰ ਵੀ ਉਸ ਨਿਰੀਖਣ ਨੂੰ ਪੂਰੇ ਗਰੁੱਪ ਤੇ ਲਾਗੂ ਕੀਤਾ ਜਾਂਦਾ ਹੈ। ਜਿਵੇਂ ਕਿ ਕਿਸੇ ਕੱਪੜੇ ਦੇ ਥਾਲ ਵਿੱਚ 10 ਥਾਣਾ ਦਾ ਨਿਰੀਖਣ ਕੀਤਾ ਜਾਵੇ, ਜੋ ਰਿਜ਼ਲਟ ਪ੍ਰਾਪਤ ਹੁੰਦੇ ਹਨ ਉਹ ਬਾਕੀ 100 ਥਾਣਾ ਤੇ ਵੀ ਲਾਗੂ ਕਰ ਦਿੱਤਾ ਜਾਂਦਾ ਹੈ। ਜੇਕਰ ਇਸ ਦਾ ਰਿਜ਼ਲਟ ਵਿੱਚ ਕੁਝ ਪ੍ਰੋਬਲਮ ਦਿਸਦੀ ਹੈ ਤਾਂ ਉਸ ਦੇ ਨਤੀਜਿਆਂ ਦੇ ਆਧਾਰ ਤੇ ਤੈਅ ਕੀਤਾ ਜਾਂਦਾ ਹੈ ਕਿ ਮਟੀਰੀਅਲ ਨੂੰ ਰੱਖਿਆ ਜਾਵੇ ਜਾਂ ਨਹੀਂ। ਕਈ ਵਾਰ ਮਾਲ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਸਮਾਨ ਦੀ ਕੀਮਤ ਘੱਟ ਕਰ ਦਿੱਤੀ ਜਾਂਦੀ ਹੈ ਜੇ ਕੱਪੜੇ 'ਚ ਕੋਈ ਨੁਕਸ ਆ ਜਾਵੇ ਤਾਂ। 100% ਇੰਸਪੈਕਸ਼ਨ, ਇਸ ਵਿੱਚ ਕਿਸੇ ਵੀ ਆਈਟਮਸ ਦਾ ਜਿਵੇਂ ਕਾਲਰ, ਸਲੀਵ ਆਦਿ ਦਾ ਨਿਰੀਖਣ ਕੀਤਾ ਜਾਂਦਾ ਹੈ। यानी कि फुल अगर शर्ट बनाई है तो पूरी शर्ट दे एक पीस का ध्यान रखा जाता है। ਇਹ ਨਿਰੀਖਣ ਫੈਕਟਰੀ ਦੇ ਕਰਮਚਾਰੀ ਨਿਰੀਖਣ ਕਰਨ ਵਾਲੇ ਅਧਿਕਾਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਗਾਹਕ ਰਾਹੀਂ ਚੁਣੇ ਗਏ ਕਿਸੇ ਵੀ ਸੰਸਥਾ ਰਾਹੀਂ ਨਿਰੀਖਣ ਕੀਤਾ ਜਾ ਸਕਦਾ ਹੈ। ਵਪਾਰੀ ਕਿਸੇ ਵੀ ਫੈਕਟਰੀ ਅਤੇ ਫਿਨਿਸ਼ਡ ਗਾਰਮੈਂਟ ਦੀ ਕੋਈ ਜਾਂਚ ਕਰਦੇ ਹਨ, ਜਿਵੇਂ ਕਿ ਪੈਰਾਸ਼ੂਟ। ਇਸ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਪ੍ਰਸ਼ਨ ਹੈ, ਇਸ ਲਈ ਇਹ 100% ਨਿਰੀਖਣ ਕੀਤਾ ਜਾਂਦਾ ਹੈ। ਅਤੇ ਫਾਇਰ ਬ੍ਰਿਗੇਡ ਐਕਸਟਰਾ ਵਿੱਚ 100% ਦਾ ਨਿਰੀਖਣ, ਕਿਉਂਕਿ ਫਾਇਰ ਬ੍ਰਿਗੇਡ ਦੀਆਂ ਜੋ ਡਰੈਸਿਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ 100% ਹੀ ਨਿਰੀਖਣ ਚਾਹੀਦਾ, ਉਹਦੇ ਵਿੱਚ ਵੀ ਕੋਈ ਲੂਪ ਹੋਲ ਨਹੀਂ ਹੋਣਾ ਚਾਹੀਦਾ। ਔਰ ਪੈਰਾਸ਼ੂਟ ਦੇ ਵਿੱਚ ਵੀ, ਕਿਉਂਕਿ ਪੈਰਾਸ਼ੂਟ ਨੇ ਹਵਾ 'ਚ ਉੱਡਣਾ ਹੁੰਦਾ ਹੈ ਔਰ ਇੱਕ ਜਾਨ ਬਚਾਉਣੀ ਹੁੰਦੀ ਹੈ। ਅਗਰ ਅਸੀਂ ਉਹਦੇ 'ਚ 1% ਵੀ ਲੂਜ਼ ਛੱਡ ਦਾਂਗੇ ਤਾਂ ਜ਼ਿੰਦਗੀ ਜਾਣ ਦਾ ਖਤਰਾ ਹੋਏਗਾ। ਇਸ ਲਈ ਇਹੋ ਜਿਹੀਆਂ ਇੰਸਪੈਕਸ਼ਨਸ 100% ਹੁੰਦੀਆਂ ਨੇ, ਉਹਨਾਂ ਨੂੰ ਫੋਰਗੋ ਨਹੀਂ ਕੀਤਾ ਜਾ ਸਕਦਾ। ਸਪੈਸੀਫਾਈਡ ਇੰਸਪੈਕਸ਼ਨ, ਕਟਿੰਗ ਡਿਪਾਰਟਮੈਂਟ ਦੇ ਵਿੱਚ ਪੈਟਰਨ ਪੈਕਿੰਗ ਦੇ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾਂਦੇ ਹਨ ਅਤੇ ਗਾਰਮੈਂਟ ਦੇ ਕੰਪੋਨੈਂਟ ਦੂਜੇ ਸਾਈਜ਼ ਦੇ ਤੇ ਸਟਾਈਲ ਦੇ ਵਿੱਚ ਮੈਕਸਿਮਮ ਨਾ ਹੋਣਾ। ਸਟਿਚਿੰਗ ਦੇ ਵਿੱਚ ਸਿਲਾਈ ਸੰਬੰਧਿਤ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਤਿਆਰ ਕੀਤੇ ਜਾਂਦੇ ਹਨ, ਜੋ ਗੁਣਤਾ ਪਰਖ ਵਿੱਚ ਰੱਖਣ ਲਈ ਸਹਾਇਕ ਹੁੰਦੇ ਹਨ। ਗਾਰਮੈਂਟ ਫੈਕਟਰੀਆਂ ਦੇ ਵਿੱਚ ਇੰਸਪੈਕਸ਼ਨ ਸ਼ੀਟ ਤਿਆਰ ਕਰਨ ਵੇਲੇ ਵਸਤਰਾਂ ਦਾ ਜਿਸ ਦੁਆਰਾ ਨਿਰੀਖਣ ਅਧਿਕਾਰੀ ਨਿਰੀਖਣ ਕਰਦਾ ਹੈ, ਇਹ ਸੋਚਦਾ ਹੈ ਕਿ ਤਿਆਰ ਹੋਣਾ ਵਾਲਾ ਪ੍ਰੋਡਕਟ ਨਿਰਧਾਰਿਤ ਫੈਕਟਰੀ ਦੇ ਅਧੀਨ ਹੈ ਜਾਂ ਨਹੀਂ। ਇਸ ਦਾ ਬਿਊਰਾ ਲਿਖਤੀ ਰੂਪ ਦੇ ਵਿੱਚ ਤਿਆਰ ਹੁੰਦਾ ਹੈ ਅਤੇ ਤਿਆਰ ਹੋਣ ਵਾਲਾ ਉਤਪਾਦ ਨਿਰਧਾਰਿਤ ਸਪੈਸੀਫਿਕੇਸ਼ਨ ਦੇ ਅਨੁਸਾਰ ਹੈ ਜਾਂ ਨਹੀਂ, ਇਸ ਦੇ ਬਾਰੇ ਵੀ ਧਿਆਨ ਰੱਖਿਆ ਜਾਂਦਾ ਹੈ।
ठीक है। रोल ऑफ इंस्पेक्टर, जो इंस्पेक्शन करता है उस अधिकारी ਨੂੰ इंस्पेक्टर कहते हैं। आजकल वस्त्र निर्माण ਅਤੇ ਵਪਾਰ ਦੇ ਮਾਡਰਨ ਪद्धਤੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਜਿਸ ਨਾਲ ਉਤਪਾਦਨ ਅਤੇ ਗੁਣਵੱਤਾ ਦਾ ਪੱਧਰ ਸਹੀ ਹਾਲਤ ਵਿੱਚ ਬਣਾਇਆ ਜਾ ਸਕੇ। ਇਸ ਆਧੁਨਿਕ ਪद्धति ਕਿਸੇ ਵੀ ਵਪਾਰ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕਿਸੇ ਵੀ ਵਪਾਰ ਦੀ ਸਫਲਤਾ ਉੱਥੋਂ ਦੇ ਕਰਮਚਾਰੀਆਂ ਦੇ ਫਰਜ਼, ਈਮਾਨਦਾਰੀ ਅਤੇ ਅਨੁਸ਼ਾਸਨ ਤੇ ਨਿਰਭਰ ਕਰਦੀ ਹੈ, ਕਿਉਂਕਿ ਅਗਰ ਉਹ ਠੀਕ ਦੱਸੇਗਾ तद ही उसकी फैक्ट्री हाई लेवल पे पहुंच सकती है। इसके अलावा सुपरवाइजर ते भी निर्भर करता है कि जो प्रयोगशाला च काम कर रहे कर्मचारियों ਦੇ ਵਿੱਚ ਬਣਦਾ ਹੈ ਅਤੇ ਮਸ਼ੀਨ ਅਤੇ ਟੂਲਸ ਦੀ ਠੀਕ ਦਿਸ਼ਾ 'ਚ ਰੱਖਣ ਲਈ ਇੰਸਪੈਕਟਰ ਸਹੀ ਕਦਮ ਚੁੱਕਦਾ ਹੈ, ਤਾਂ ਕਿ ਵਸਤਰ ਨਿਰਮਾਣ ਦੀ ਪ੍ਰਕਿਰਿਆ ਤੇ ਗੁਣਵੱਤਾ ਦੇ ਪੱਧਰ ਵਿੱਚ ਕੋਈ ਸਮਝੌਤਾ ਨਾ ਕਰਨਾ ਪਵੇ ਅਤੇ ਇੰਸਪੈਕਟਰ ਕਰਮਚਾਰੀ ਦਿਸ਼ਾ निर्देश प्रदान करता है। इस दे ਲਈ कदे-कदे इंस्पेक्टर वर्कर ਨੂੰ ਉਤਸ਼ਾਹਿਤ ਕਰਨ ਲਈ ਕੁਝ ਵੀ ਕੰਮ ਕਰ ਸਕਦਾ ਹੈ। ਠੀਕ ਹੈ। ਇੱਕ ਚੰਗੇ ਇੰਸਪੈਕਟਰ ਦੀ ਭੂਮਿਕਾ, ਇਸ ਲਈ ਇੱਕ ਚੰਗੇ ਇੰਸਪੈਕਟਰ ਦੀ ਭੂਮਿਕਾ ਹੇਠ ਲਿਖੀ ਹੈ। ਘਟੀਆ ਗੁਣਤਾ ਦੇ ਕੱਪੜੇ ਦਾ ਨੁਕਸ ਵਾਲੇ ਕੱਪੜੇ ਦੇ ਬਾਰੇ ਮੈਨੇਜਮੈਂਟ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇੰਸਪੈਕਟਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਰੀਆਂ ਮਸ਼ੀਨਾਂ ਸਹੀ वर्किंग कंडीशन च है या नहीं। इंस्पैक्टर की कार्यशाला यानी जिथे वो कपड़ा बनाते हैं या सिलाई करते हैं, लेआउट और वर्किंग मैथड में सुधार लियाउण लई सिफारिश करनी चाहिए है। वस्त्र निर्माण की प्रक्रिया के समय सारे ठीक मापदंड का प्रयोग करना चाहिए है। घटिया 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 गुणता के कारण ਨੂੰ ਜਾਣ ਕੇ ਸਹੀ ਤਰੀਕੇ ਨਾਲ ਪ੍ਰਬੰਧ ਦੱਸਣੇ ਚਾਹੀਦੇ ਹਨ। ਘਟੀਆ ਗੁਣਤਾ ਨੂੰ ਦੂਰ ਕਰਨ ਦੇ ਲਈ ਸਹੀ ਸਲਾਹ ਵੀ ਦੇਣੀ ਚਾਹੀਦੀ ਹੈ। ਕੰਮ ਕਰਨ ਦੀ ਥਾਂ ਕਰਮਚਾਰੀਆਂ ਨੂੰ ਕੰਮ ਵੰਡਣ ਤੋਂ ਪਹਿਲਾਂ ਯੋਜਨਾ ਤਿਆਰ ਕਰ ਲੈਣੀ ਚਾਹੀਦੀ ਹੈ, ਜਿਸ ਵਿੱਚ ਸਾਵਧਾਨੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਿਆ ਮੈਮ, ਥੋੜਾ ਧਿਆਨ ਰੱਖਣਾ ਟਾਈਮ ਦਾ। ਡਿਊਟੀ ऑफ एन इंस्पैक्टर की ड्यूटी कई तथ्यों पर निर्भर करती है, जिवें उद्योग के प्रकार और उन्हां दे कार्य प्रणाली की जिम्मेवारी। इंस्पैक्टर के फर्ज हेठ लिखे हैं। मैनेजमेंट प्रति फर्ज, कर्मचारियों की चोण दे विच देख रेख के मैनेजमेंट की सहायता करना, उत्पादन को निश्चित करना, मैनेजमेंट राਹੀਂ दस्सियां गईयां नीतियां को लागू करना, मैनेजमेंट के सामने आने वाली समस्याओं का निपटाना ਲਈ सलाह देना, कर्मचारियों के ट्रांसफर, प्रमोशन, बोनस बारे सलाह देना, प्रोग्रेस रिकॉर्ड बनाना कि केड़ा थोड़ा कर्मचारी है वधिया काम करता है, केड़ा किस तरह काम करता है। मैनेजमेंट को सूचित करना, उत्पादन की समर्था को बढ़ाना ते मैनेजमेंट को ठीक सलाह देनी, ये भी एक इंस्पैक्टर का गुण है। कर्मचारियों प्रति उसका की फर्ज ने, कर्मचारियों का काम करते समय अपने विभाग विच अनुशासन रखना, सही व्यक्तियों से सही मशीन ऑपरेट करना, प्रोडक्ट की गुणता बनाए रखना, मेहनत और सही प्रयोग करना। इस तो इलावा कर्मचारी की गैर हाजिरी को भी ध्यान च रखना। कई बार एमरजेंसी छुट्टी लेनी पै जाती है, उसनों भी बैलेंस करना चाहिए है। कर्मचारियों को उत्साहित करना, चंगे काम के प्रति उन्होंने सम्मान देना, औजार और संद के प्रति फर्ज, सारे मटीरियल का रिकॉर्ड रखना, वेस्टेज को घट करना, रॉ मटीरियल टूल्स मटीरियल्स उचित सिलेक्शन करना, काम दे विच आने वाली मशीनां नूं उचित हालत विच रखना, कच्चे माल नूं पूरा व्यवस्थित रखना। अगर तुहाडी कोई क्वेरी है इस प्रति तो तुसीं पूछ सकते हो। जिहड़े बच्चे लेट जुड़े हैं वो पूछ सकते हैं। अगे आपां कल बाकी पार्ट करांगे। जे तुहाडी अज कोई क्वेरी है तुसीं पूछ सकते हो। तुसीं अपने सारे वीडियोज ऑन कर सकते हो। मैं देख लो सारे वीडियोज ऑन कर लो।